मेरे सामने एक ड्रोन है। ये ड्रोन खेतीबाड़ी वास्ते इस्तेमाल होंदा है। दवाई छिड़क रहा है ये ड्रोन ते ये तुसी कैमरा देख रहे हो, रिमोट के उत्ते कैमरा भी दिखाई दे रहा है। 25 किलोमीटर की स्पीड ते पर हावर से उड़ सकता है। 8 घंटे डेली ਇਹਨੂੰ इस्तेमाल किया जाए तो 20-25 एकड़ ਜਿਹੜੇ ਨੇ ਉਹ ਆਰਾਮ ਨਾਲ ਡੇਲੀ ਕਰ ਸਕਦਾ। ਸਾਲ 'ਚ 200 ਦਿਨ ਸਪਰੇ ਲਈ ਵਰਤੋਂ ਜਾ ਸਕਦਾ। ਕਣਕ ਸੀਗੀ ਉਹ ਤੋਂ ਅਸੀਂ ਇਹਨਾਂ ਦੇ ਇੱਕ ਟ੍ਰਾਇਲ ਕਰਵਾਇਆ ਸੀਗਾ ਤੇ ਉਹਦਾ ਰਿਜ਼ਲਟ ਜਿਹੜਾ ਸੀਗਾ ਉਹ ਬਹੁਤ ਵਧੀਆ ਆਇਆ। इसको उड़ाने के लिए एक ड्रोन पायलट का एक लाइसेंस बनता है, तो लाइसेंस की लोड रहती है। ਜਿਹੜਾ ਟੈਂਕ ਹੈ ਜਿਹਦੇ 'ਚ ਆਪਾਂ ਉਹ ਦਾਣਿਆਂ ਵਾਲੀ ਖਾਦ ਜਿਹੜੀ ਆ ਉਹ ਟੈਂਕ 'ਚ ਪਾ ਦੇਣੀ ਆ। ਥੱਲੇ ਉਹਦੇ ਇੱਕ ਡਿਸਕ ਲੱਗੀ ਹੋਈ ਆ ਜਿਹੜੀ ਕਿ ਘੁੰਮਦੀ ਆ ਬੜੀ ਤੇਜ਼ੀ ਨਾਲ। ਜਦੋਂ ਖਾਦ ਉਹਦੇ ਤਵੇ ਤੇ ਜਾਂ ਉਹ ਡਿਸਕ ਦੇ ਉੱਤੇ ਪੈਣੀ ਆ ਤਾਂ ਉਹਨੇ ਜਿਹੜਾ ਹੈ ਉਹਨੂੰ ਖਿਲਾਰ ਦੇਣਾ ਖਾਦ ਨੂੰ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਜਿਹੀ ਖੋਜ ਦਿਖਾਉਣ ਜਾ ਰਹੇ ਆ ਕਿ ਉਹ ਵੀ ਅਸੀਂ ਡਰੋਨ ਦੀ ਗੱਲ ਕਰਾਂਗੇ, ਪਰ ਇਹ ਡਰੋਨ ਖੇਤੀਬਾੜੀ ਵਾਸਤੇ ਇਸਤੇਮਾਲ ਹੁੰਦਾ ਔਰ ਦਵਾਈ ਛਿੜਕਣ ਵਾਸਤੇ ਅਤੇ ਖਾਦ ਖੇਤਾਂ ਦੇ ਵਿੱਚ ਪਾਉਣ ਵਾਸਤੇ ਹੁੰਦਾ। ਔਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੈਂ ਖੜਾ ਔਰ ਮੇਰੇ ਨਾਲ ਡਾਕਟਰ ਮਨਜੀਤ ਨੇ ਜਿਹੜੇ ਇੰਜੀਨੀਅਰਿੰਗ ਵਿਭਾਗ ਦੇ ਪ੍ਰਧਾਨ ਵਿਗਿਆਨਿਕ ਨੇ। ਕਿਵੇਂ ਦੇਖੀਏ ਜੀ ਇਸ ਡਰੋਨ ਨੂੰ, ਕਿਉਂਕਿ ਅਕਸਰ ਜਦੋਂ ਡਰੋਨ ਦੀ ਤਸਵੀਰ ਦਿਮਾਗ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਉਹੀ ਵਿਆਹ ਸ਼ਾਦੀਆਂ ਦੇ ਫੰਕਸ਼ਨਾਂ ਦੇ ਵਿੱਚ ਪਹੁੰਚ ਜਾਂਦੇ ਆ। ਫੋਟੋਗ੍ਰਾਫੀ ਦੇ ਵਿੱਚ ਪਹਿਲੇ ਇਸਤੇਮਾਲ ਹੁੰਦੇ ਸੀ। ਇਹ ਡਰੋਨ ਦੀ ਖੋਜ ਕਿਵੇਂ ਕੀਤੀ ਔਰ ਮੈਨੂੰ ਸਮਝਾਓਗੇ ਟੈਕਨੀਕਲ ਕਿ ਇੱਕ ਡਰੋਨ ਕਿਵੇਂ ਕੰਮ ਕਰਦਾ, ਇਹ ਕਿੱਥੇ ਕਿੱਥੇ ਦਵਾਈ ਪੈਂਦੀ ਹੈ ਔਰ ਕਿੱਥੋਂ ਕਿੱਥੋਂ ਇਹ ਪਾਈਪਾਂ ਤੋਂ ਇਹ ਛਿੜਕੀ ਜਾਂਦੀ ਹੈ। ਸੋ ਇਹਦੇ 'ਚ ਜਿੱਦਾਂ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਡਰੋਨ ਦਾ ਜਿਹੜਾ ਇਸਤੇਮਾਲ ਖੇਤੀਬਾੜੀ 'ਚ ਕਿਵੇਂ ਕਰਨਾ ਹੈ, ਇਹਦੇ ਅਸੀਂ ਤਜਰਬੇ ਪਿਛਲੇ 5-6 ਸਾਲਾਂ ਤੋਂ ਕਰ ਰਹੇ ਹਾਂ ਤੇ ਬੜੀ ਲਾਹੇਵੰਦ ਚੀਜ਼ ਆ, ਬੜੀ ਲਾਹੇਵੰਦ ਟੈਕਨੋਲੋਜੀ ਆ ਇਹ। ਕਿਉਂਕਿ ਜਿਵੇਂ ਪਹਿਲਾਂ ਦੇਖਿਆ ਗਿਆ ਜੀ ਸਪਰੇਅ ਕਰਦੇ ਸੀ ਤਾਂ ਜਿਹੜੀ ਲੇਬਰ ਚਾਹੀਦੀ ਆ, ਫਿਰ ਉਹ ਜਿਹੜੀ ਜਦੋਂ ਸਪਰੇਅ ਕਰਨਾ ਤਾਂ ਜਿਹੜਾ ਸਪਰੇਅ ਕਿਉਂਕਿ ਉਹ ਕੀਟਨਾਸ਼ਕ ਆ, ਉਹ ਦਵਾਈ ਆ, ਉਹ ਥੋੜ੍ਹਾ ਗਲਤ ਵੀ ਉਹਦਾ ਅਸਰ ਹੁੰਦਾ ਹੈ ਮਤਲਬ ਹਿਊਮਨ ਆਦਮੀਆਂ 'ਤੇ ਜਾਂ ਹਿਊਮਨ 'ਤੇ। ਤਾਂ ਉਹ ਕਿਉਂਕਿ ਡਾਇਰੈਕਟ ਇਨ ਟੱਚ ਆ, ਪਿੱਛੇ ਉਹ ਢੋਲੀ ਜਿਹੜੀ ਆ ਪਿੱਛੇ ਬੰਦੇ ਦੇ ਪਿੱਛੇ ਲੱਗੀ ਹੋਈ ਆ, ਸੋ ਉਹਦੇ ਨਾਲ ਡਾਇਰੈਕਟ ਇਨ ਟੱਚ ਆ ਤਾਂ ਉਹਦੇ 'ਚ ਕਈ ਵਾਰੀ ਕੋਈ ਥੋੜ੍ਹੀ ਦੁਰਘਟਨਾ ਹੋਣ ਦੀ ਵੀ ਸੰਭਾਵਨਾ ਹੁੰਦੀ ਆ। ਸੋ ਇਹਦੇ 'ਚ ਤੁਸੀਂ ਦੇਖੋਗੇ ਡਰੋਨ ਬਿਲਕੁਲ ਦੂਰ ਉੱਡ ਰਿਹਾ। ਜੇ ਪਾਇਲਟ ਜਿਹੜਾ ਉਡਾ ਰਿਹਾ ਉਹਨੂੰ ਜਿਹੜਾ ਟ੍ਰੇਨਡ ਪਾਇਲਟ ਆ ਉਹ ਦੂਰ ਉੱਥੋਂ ਉਡਾ ਰਿਹਾ, ਸੋ ਉਹ ਸੰਭਾਵਨਾ ਬਿਲਕੁਲ ਹੀ ਖਤਮ ਹੋ ਜਾਂਦੀ ਆ ਜਿਹੜੀ ਕੋਈ ਐਕਸੀਡੈਂਟ ਹੋਣ ਦੀ ਸੰਭਾਵਨਾ ਹੁੰਦੀ ਹੈ ਉਹਦੀ। ਹਾਂ, ਸੋ ਇਹ ਜਿੱਦਾਂ ਤੁਸੀਂ ਦੇਖ ਰਹੇ ਆ ਇਹਦੇ 'ਚ ਡਰੋਨ ਜਿਹੜਾ 6 ਇਹਦੇ 'ਚ ਰੋਟਰ ਲੱਗੇ ਹੋਏ ਨੇ। ਸੋ ਇਹ 6 ਰੋਟਰ ਜਿਹੜੇ ਨੇ ਇਹਦੇ ਨਾਲ ਜਿਹੜੀਆਂ ਹੈ ਮੋਟਰਾਂ ਲੱਗੀਆਂ ਨੇ। ਸੋ ਇਹਨੂੰ ਜਦੋਂ ਉਡਾਉਣ ਵਿੱਚ ਜਿਹੜੀਆਂ ਹੈ ਇਹ ਮੋਟਰਾਂ ਅਤੇ ਇੰਪੈਲਰ ਜਿਹੜੇ ਲੱਗੇ ਨੇ, ਪ੍ਰੋਪੈਲਰ ਜਿਹੜੇ ਲੱਗੇ ਨੇ, ਇਹਨੂੰ ਉਡਾਉਣ 'ਚ ਸਹਾਈ ਹੁੰਦੇ ਨੇ। ਸੋ ਇਹਦੇ ਥੱਲੇ ਤੁਸੀਂ ਡਾਇਰੈਕਟ ਦੇਖ ਰਹੇ ਆ ਵੀ ਨੋਜ਼ਲਾਂ ਲੱਗੀਆਂ ਹੋਈਆਂ ਜਿਹੜੀਆਂ ਸਪਰੇਅ ਵਾਲੀਆਂ। ਸੋ ਸਪਰੇਇੰਗ ਸਿਸਟਮ ਜਿਵੇਂ ਇੱਕ ਟਰੈਕਟਰ ਵਾਲਾ ਸਪਰੇਇੰਗ ਸਿਸਟਮ ਹੈ ਉਹ ਵੱਡਾ ਹੁੰਦਾ ਹੈ, ਇਹ ਛੋਟੇ ਸਕੇਲ 'ਚ ਜਿਹੜਾ ਹੈ ਪੂਰਾ ਸਪਰੇਇੰਗ ਸਿਸਟਮ ਅਸੀਂ ਯੂਨੀਵਰਸਿਟੀ ਵੱਲੋਂ ਵੀ ਇਹਨੂੰ ਪਿੱਛੇ ਜੇ ਰਿਕਮੈਂਡੇਸ਼ਨ ਇਹਦੀ ਦਿੱਤੀ ਹੈ। ਸਪਰੇਇੰਗ ਸਿਸਟਮ ਜਿਹੜਾ ਇਹਦਾ ਸਪੈਸ਼ਲੀ ਇਹਦੇ ਲਈ ਬਣਾਇਆ ਗਿਆ ਡਰੋਨ ਲਈ। ਸੋ ਇਹਦੇ 'ਚ ਉਸ ਤਰ੍ਹਾਂ ਹੀ ਜਿਵੇਂ ਇੱਕ ਪਾਣੀ ਦਾ ਟੈਂਕ ਤੁਸੀਂ ਦੇਖ ਰਹੇ ਆ 10-12 ਲੀਟਰ ਪਾਣੀ ਦੀ ਜਿਹੜਾ ਪਾਣੀ ਦੇ ਵਿੱਚ ਜਿਹੜਾ ਹੈ ਘੋਲ ਉਹਦਾ ਕੀਟਨਾਸ਼ਕ ਦਾ ਮਿਲਾ ਕੇ ਇਹਦੇ ਵਿੱਚ ਪਾਇਆ ਜਾਂਦਾ ਹੈ। ਸੋ ਉਦੋਂ ਬਾਅਦ ਇਹਦੇ 'ਚ ਪੰਪ ਲੱਗਿਆ ਹੋਇਆ, ਪਾਈਪਾਂ ਲੱਗੀਆਂ ਨੇ, ਸੋ ਨੋਜ਼ਲਾਂ ਲੱਗੀਆਂ ਨੇ, ਸਪੈਸ਼ਲਾਈਜ਼ਡ ਨੋਜ਼ਲਾਂ ਨੇ ਜਿਹੜੀਆਂ ਕਿ ਡਰਿਫਟ ਘੱਟ ਕਰਦੀਆਂ ਨੇ। ਸੋ ਇਸ ਤਰ੍ਹਾਂ ਇਹ ਸਾਰਾ ਸਪਰੇਇੰਗ ਵਾਲਾ ਸਿਸਟਮ ਜਿਹੜਾ ਹੈ ਉਹ ਅਸੀਂ ਯੂਨੀਵਰਸਿਟੀ ਵੱਲੋਂ ਰਿਕਮੈਂਡ ਕੀਤਾ ਪਿੱਛੇ ਜੇ। ਅਤੇ ਇਹ ਜਿਹੜਾ ਹੈ ਸਪਰੇਇੰਗ ਲਈ ਸਪੈਸ਼ਲੀ ਕਿਸੇ ਵੀ ਫਸਲ ਵਾਸਤੇ ਔਰ ਕਿਸੇ ਵੀ ਸਟੇਜ ਫਸਲ ਦੀ ਹੈ ਉਹਦੇ ਵਾਸਤੇ ਜਿਹੜਾ ਹੈ ਵਰਤੋਂ 'ਚ ਲਿਆਇਆ ਜਾ ਸਕਦਾ। ਅੱਛਾ ਡਾਕਟਰ ਮਨਜੀਤ, ਇਹ ਜਿਹੜੀਆਂ ਨੋਜ਼ਲਾਂ ਨੇ ਇਹ ਮਤਲਬ ਅਗਰ ਆਪਾਂ ਇਹ ਗਿਣਤੀ ਕਰਦੇ 6 ਨੋਜ਼ਲਾਂ ਨੇ, ਇਹ ਥੱਲੇ ਜਿਹੜਾ ਇਹ ਟੈਂਕਰ ਹੈ। ਹਾਂਜੀ, ਆਹ ਟੈਂਕ ਆ ਜੀ ਪਾਣੀ ਵਾਲਾ ਤੇ ਇਹਦੇ 'ਚ ਥੱਲੇ ਤੁਸੀਂ ਦੇਖੋਗੇ ਪੰਪ ਆ, ਉਹਦੇ ਨਾਲ ਆਹ ਪਾਈਪਸ ਨੇ। ਇਹਨਾਂ ਪਾਈਪਾਂ ਦੇ ਥਰੂ ਜਿਹੜਾ ਆਹ ਨੋਜ਼ਲਾਂ 'ਚ ਜਿਹੜਾ ਹੈ ਸਪਰੇਅ ਆ ਜਾਂਦਾ। ਜਿੱਦਾਂ ਇਹ ਤੁਸੀਂ ਦੇਖ ਰਹੇ 4 ਨੋਜ਼ਲਾਂ ਨੇ ਇਹ। ਸੋ ਇਹ ਇਹਨਾਂ 4 ਨੋਜ਼ਲਾਂ ਜਿਹੜਾ ਹੈ ਸਪਰੇਅ ਇੱਕਸਾਰ ਇੱਕੋ ਜਿਹਾ ਜਿਹੜਾ ਹੈ ਉਹ ਹੋ ਜਾਂਦਾ ਹੈ। ਅਤੇ ਫਸਲ ਤੋਂ ਆਪਾਂ ਇਹਦੀ ਡਿਸਟੈਂਸ ਜਾਂ ਇਹਦੀ ਦੂਰੀ ਜਾਂ ਉਡਾਉਣ ਦੀ ਇਹਦੀ ਜਿਹੜੀ ਹਾਈਟ ਹੈ ਉਹ ਆਪਾਂ 2 ਤੋਂ 3 ਮੀਟਰ ਤੋਂ ਜ਼ਿਆਦਾ ਨਹੀਂ ਰੱਖਣੀ, ਤਾਂ ਕਿ ਸਪਰੇਅ ਜਿਹੜਾ ਹੈ ਉਹਦੇ ਫਸਲ ਦੇ ਵਿੱਚ। ਇਹਦਾ ਇੱਕ ਹੋਰ ਫਾਇਦਾ ਹੁੰਦਾ ਹੈ, ਜਦੋਂ ਇਹਨੇ ਉਡਣਾ ਹੈ ਨਾ, ਇਹਦੇ ਜਿਹੜੇ ਰੋਟਰ ਨੇ ਜਾਂ ਜਿਹੜੇ ਆਹ ਪ੍ਰੋਪੈਲਰ ਨੇ, ਇਹਨਾਂ ਨੇ ਜਦੋਂ ਇਹਦੇ ਥਰਸਟ ਨਾਲ ਫਸਲ ਨੇ ਥੋੜ੍ਹਾ ਹਿੱਲਣਾ ਹੈ, ਜਦੋਂ ਫਸਲ ਨੇ ਹਿੱਲਣਾ ਹੈ ਤਾਂ ਸਪਰੇਅ ਨੇ ਬਿਲਕੁਲ ਅੰਦਰ ਤੱਕ ਚਲੇ ਜਾਣਾ ਉਹਦੇ। ਸੋ ਉਹਦੇ ਨਾਲ ਬਹੁਤ ਵਧੀਆ ਕੰਟਰੋਲ ਜਿਹੜਾ ਹੈ ਜਿੰਨੇ ਵੀ ਕੋਈ ਕੀਟਸ ਨੇ ਜਾਂ ਜੇ ਕੋਈ
ਫੰਜੀਸਾਈਡ ਦਾ ਸਪਰੇਅ ਕਰ ਰਹੇ ਹਾਂ, ਕੋਈ ਫੰਗਸ ਹੈ, ਕੋਈ ਵੀ ਬਿਮਾਰੀ ਆ, ਤਾਂ ਬਹੁਤ ਵਧੀਆ ਤਰੀਕੇ ਨਾਲ ਹੱਲ ਹੋ ਸਕਦਾ। ਮੇਰੇ ਜ਼ਿਹਨ ਦੇ ਵਿੱਚ ਗੱਲ ਆਈ ਕਿਉਂਕਿ ਡ੍ਰਿਪ ਸਿਸਟਮ ਲੱਗੇ ਨੇ, ਉਹ ਜਿਹੜੇ ਕਿਸਾਨ ਦਵਾਈਆਂ ਦਾ ਛਿੜਕਾਅ ਕਰਦੇ ਨੇ ਜਦੋਂ ਕੀਟਨਾਸ਼ਕ ਦਵਾਈਆਂ ਦਾ, ਉਹ ਜ਼ਿਆਦਾ ਵੀ ਦਿੱਤੀ ਜਾਂਦੀ ਹੈ। ਇਹਦੇ ਨਾਲ ਜਿਹੜੀ ਦਵਾਈ ਛਿੜਕੀ ਜਾਏਗੀ ਉਹ ਫਸਲਾਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗੀ। ਕਈ ਵਾਰੀ ਖਬਰਾਂ ਆਉਂਦੀਆਂ ਨੇ ਦਵਾਈਆਂ ਜ਼ਿਆਦਾ ਛਿੜਕਤੀਆਂ ਫਸਲਾਂ ਪ੍ਰਭਾਵਿਤ ਹੋ ਜਾਂਦੀਆਂ ਨੇ, ਪਰ ਇਹਦੇ ਨਾਲ ਦਵਾਈ ਉਨੀ ਕੁ ਛਿੜਕੀ ਜਾਏਗੀ ਜਿੰਨਾ ਕੁ ਆਪਾਂ ਟੈਂਕਰ 'ਚ ਪਾਈਏ। ਬਿਲਕੁਲ ਬਿਲਕੁਲ, ਇਹਦਾ ਡੋਜ਼ ਜਿਹੜਾ ਹੈ, ਜਿੰਨੀ ਡੋਜ਼ ਆਪਾਂ ਦੇਣੀ ਚਾਹੁੰਦੇ ਆ ਉਹ ਇੱਕਸਾਰ ਸਪਰੇਅ ਹੁੰਦੀ ਹੈ। ਤੇ ਜਿਹੜੀ ਹੈ ਉਹਦੀ, ਕਿਉਂਕਿ ਸਪੀਡ ਇੱਕ ਤੇ ਚੱਲ ਰਿਹਾ ਨਾ, ਮੋਟਰ ਨੇ ਉਹਨੂੰ ਕੰਟਰੋਲ, ਜੋ ਆਪਾਂ ਇਹਨੂੰ ਕਮਾਂਡ ਦੇਤੀ ਉਸ ਹਿਸਾਬ ਨਾਲ ਉਨੀ ਸਪਰੇਅ ਲਗਾਤਾਰ ਇੱਕਸਾਰ ਫਸਲ ਜਿਹੜੀ ਹੈ ਉਹ ਪੈਂਦੀ ਰਹਿੰਦੀ ਹੈ। ਇਹ ਡਰੋਨ ਆਪਣੇ ਆਪ ਦੇ ਵਿੱਚ ਕਿਸਾਨਾਂ ਦੇ ਲਈ ਕਾਫੀ ਫਾਇਦੇਮੰਦ ਹੈ, ਔਰ ਮੈਂ ਉਸ ਪਾਇਲਟ ਨਾਲ ਵੀ ਗੱਲ ਕਰਾਂਗਾ ਜਿਹੜੇ ਪਾਇਲਟ ਇਸ ਨੂੰ ਰਿਮੋਟ ਦੇ ਨਾਲ ਇਸ ਨੂੰ ਚਲਾ ਰਹੇ ਨੇ। ਇਸ ਦੇ ਲਈ ਕੀ ਟ੍ਰੇਨਿੰਗ ਦੀ ਲੋੜ ਹੈਗੀ ਹੈ? ਇਸ ਡਰੋਨ ਨੂੰ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਹੈ, ਜਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾਂ ਕਿਸੇ ਨੇ ਇਸ ਨੂੰ ਕਿਰਾਏ ਤੇ ਲਿੱਤਾ ਜਾਂ ਆਪਣਾ ਖਰੀਦ ਲਿਆ ਤਾਂ ਉਹ ਟ੍ਰੇਨਿੰਗ ਲੈ ਸਕਦਾ ਹੈ? ਅਸੀਂ सबसे पहले दिल्ली में ड्रोन डेस्टिनेशन एक प्राइवेट ऑर्गेनाइजेशन है जो ड्रोन पायलट की ट्रेनिंग करवाती है, तो वहाँ पे ड्रोन पायलट कम इंस्ट्रक्टर की हम लोग ट्रेनिंग किए हैं। मैं डॉक्टर संतोष और डॉक्टर मंजीत ये सर भी करे हैं ट्रेनिंग वहाँ से। और इसके लिए जैसे कि फार्मर के लिए आपने पूछा है कि किसान भाई हैं तो अगर उनको उड़ाना है तो उसमें किस तरह की ट्रेनिंग की आवश्यकता होगी, तो इसको उड़ाने के लिए एक ड्रोन पायलट का एक लाइसेंस बनता है। तो लाइसेंस की लोड रहती है क्योंकि DGCA जो डायरेक्टर जनरल ऑफ सिविल एविएशन है, मिनिस्ट्री ऑफ सिविल एविएशन के अंतर्गत, तो वो ये सारी चीज़ों पे निगरानी रखते हैं। तो एक लाइसेंस की तो लोड है पायलट की इसको उड़ाने के लिए। किसान को पढ़ा लिखा होना भी जरूरी होगा क्या? नहीं, पायलट की जो क्वालिफिकेशन है वो 10वीं पास रखी गई है। जो नॉर्मली थोड़ी सी अंग्रेजी भाषा या थोड़ी ये जो सिस्टम है हमारा रिमोट कंट्रोल है या टेक्निकली जो थोड़े से इसके पुर्जे हैं ड्रोन के, उसके बारे में थोड़ी जानकारी रखता है। वो कोई ज़्यादा क्वालिफिकेशन की बहुत लोड नहीं है इसके लिए। और जैसे आप देख सकते हैं कि मोबाइल अब शुरू में आए थे एंड्रॉयड, तो क्या सारे बच्चे यूज़ करते हैं, कम पढ़े लिखे जो भी हैं। मेरे को एक बैटरी के बारे में बता दो, बैटरी कितनी चलती है? दूसरा मेरे को बता दो कितने किलोमीटर तक इसको, अगर 100 एकड़ ज़मीन है तो कितना किलोमीटर तक चल सकता है? ये बैटरी इसका जो कैपेसिटी है, इसमें 2 बैटरी लगी हुई है। एक ये दोनों बैटरी सीरीज़ में करीब 50 वोल्ट एट जब फुल्ली चार्ज होती है तो 50 वोल्ट रहता है इसका। जब ये डिस्चार्ज हो जाती है तो 44 वोल्ट पे ये फुल्ली डिस्चार्ज हो जाती है। और ये ड्रोन जैसे कि हमको वापस लाना पड़ता है, लैंड कराना पड़ता है। और इसका जो फ्लाइंग टाइम है ये 20 मिनट है फ्लाइंग टाइम। एक बैटरी से आप 20 मिनट तक इसको केमिकल, अगर आप बैटरी का स्टॉक रखोगे तो और भी चला सकते हो। हाँ, अगर आपके पास जैसे नंबर ऑफ बैटरी सेट है तो आप करीब 4 बैटरी सेट अगर ले रखते हैं तो पूरे दिन के लिए आप 8 घंटे जो काम करते हैं हम पर डे, उसके लिए मतलब सफिशिएंट रहेगा। ये डॉक्टर संतोष ये रिमोट है मेरे कोल पूरा जड़ा बनया होया इस ये रिमोट है। इसमें जैसे इसको थ्रोटल अप डाउन, इससे क्या है कि ड्रोन को ऊपर नीचे किया जा सकता है। इसमें लेफ्ट और राइट यहाँ पे टर्न लेने के लिए इसमें कैमरा भी लगा है अंदर। इसमें एक कैमरा है जो ड्रोन के अंदर कैमरा लगा है। ड्रोन के आगे साइड में एक कैमरा है जो कि हमको ये दिखाता रहता है कि ड्रोन कितनी दूरी तक ये चला गया। वहाँ पे रिकॉर्डिंग भी कर सकते हैं जैसे फोटोग्राफी में रिकॉर्डिंग होता है। नहीं, इसमें रिकॉर्डिंग सेव करने का ऑप्शन नहीं है, ये लाइव ही दिखाता है। तो रिकॉर्डिंग सेव करने का भी हो सकता है? हाँ, सेव करने का अगर कोई इसमें मेमोरी कार्ड इसमें अगर इस तरह से प्रोग्रामिंग कर दी जाए तो इसमें जो रिकॉर्डिंग भी की जा सकती है। अच्छा डॉक्टर ਮਨਜੀਤ, ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਮੈਂ ਡਾਕਟਰ ਸੰਤੋਸ਼ ਨਾਲ ਗੱਲ ਕਰ ਰਿਹਾ ਸੀ, ਇਹਦੇ ਉੱਤੇ ਸਬਸਿਡੀ ਵੀ ਹੈ ਸਰਕਾਰ ਵੱਲੋਂ। ਇਹਨਾਂ ਨੇ ਇੱਕ ਗੱਲ ਕੀਤੀ ਹੈ ਟੈਕਨੀਕਲੀ, ਕਿਸਾਨ ਤਾਂ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨਹੀਂ, ਇਹ ਕਹਿੰਦੇ 10ਵੀਂ ਜ਼ਰੂਰੀ ਹੈ, ਤਾਂ ਇਹ ਕਿਵੇਂ ਫਿਰ ਇਸਤੇਮਾਲ ਹੋ ਸਕਦਾ ਉਹ ਵੀ ਦੱਸ ਦਿਓ ਥੋੜ੍ਹਾ। ਸੋ ਇਹਦੇ 'ਚ ਇਹ ਆ ਵੀ ਚੱਲਣਾ ਤੇ ਕਿਰਾਏ ਤੇ ਆ ਇਹ ਜ਼ਿਆਦਾ। ਇਹਦੇ 'ਚ ਇਹ ਸਾਡੀ ਜਿਹੜੀ ਅਸੀਂ ਕੋਈ ਕੈਲਕੂਲੇਸ਼ਨਸ ਕੀਤੀਆਂ ਨੇ, ਸਾਨੂੰ ਲੱਗਦਾ ਵੀ ਹਰੇਕ ਪਿੰਡ 'ਚ ਇਹ ਇੱਕ ਡਰੋਨ ਹੋਣਾ ਚਾਹੀਦਾ ਹੈ। ਸੋ ਉਹ ਡਰੋਨ ਕਿਰਾਏ ਤੇ ਚੱਲੇ, ਉਹ ਸਾਰੀਆਂ ਫਸਲਾਂ 'ਚ ਇਸਤੇਮਾਲ ਹੋ ਸਕਦਾ। ਤੇ ਇਹਦੀ ਸਰਕਾਰ ਸਬਸਿਡੀ ਵੀ ਦੇ ਰਹੀ ਆ। ਜੇ ਥੋੜਾ ਮਿਲ ਕੇ ਜੇ ਰਲ ਕੇ ਕਿਸਾਨ ਲੈ ਲੈਂਦੇ ਨੇ ਤਾਂ ਈਵਨ 80% ਤੱਕ ਸਬਸਿਡੀ ਹੈਗੀ ਹੈ। ਕਿਸਾਨ ਲੈ ਕੇ ਕਿਸੇ ਨੂੰ ਅੱਗੇ ਪੁਆਇੰਟ ਕਰ ਸਕਦੇ ਆ ਵੀ ਉਹਨੂੰ ਪਾਇਲਟ ਦਾ ਲਾਇਸੈਂਸ ਦਵਾ ਸਕਦੇ ਉਹਨਾਂ ਦਾ ਅੱਗੋਂ ਬੱਚਾ ਕੋਈ ਪੜ੍ਹਿਆ ਲਿਖਿਆ ਹੋਵੇ, ਕੋਈ ਘਰ 'ਚ ਕੋਈ ਹੋਵੇ ਜਿਹੜਾ ਇਹਦੇ 'ਚ ਰੁਜ਼ਗਾਰ ਲੈਣਾ ਚਾਹੁੰਦਾ, ਤੇ ਬੜੇ ਵਧੀਆ ਰੁਜ਼ਗਾਰ ਦਾ ਇੱਕ ਸਾਧਨ ਹੋ ਸਕਦਾ ਇਹ। ਸੋ ਉਹਦੇ 'ਚ ਜਿਹੜਾ ਜੇ ਅਸੀਂ ਇਹ ਵੀ ਕੈਲਕੂਲੇਸ਼ਨ ਕੀਤੀ ਹੈ ਵੀ 8 ਘੰਟੇ ਡੇਲੀ
ਇਹਨੂੰ ਇਸਤੇਮਾਲ ਕੀਤਾ ਜਾਵੇ ਤਾਂ 20-25 ਏਕੜ ਜਿਹੜੇ ਨੇ ਉਹ ਆਰਾਮ ਨਾਲ ਡੇਲੀ ਕਰ ਸਕਦਾ ਤੇ 200 ਦਿਨ ਇਹਦੇ 'ਚ ਕੰਮ ਜਿਹੜਾ ਹੈ ਚੱਲ ਸਕਦਾ। 200 ਸਾਲ 'ਚ 200 ਦਿਨ ਸਪਰੇਅ ਲਈ ਵਰਤੋਂ ਜਾ ਸਕਦਾ। 2 ਸਾਲਾਂ 'ਚ ਇਹਦੀ ਕੀਮਤ ਮੁੜ ਆਉਂਦੀ ਹੈ। ਉਹਦੇ ਸ਼ਬਦਾਂ ਦੇ ਵਿੱਚ ਤੁਸੀਂ ਕੀਮਤ ਮੁੜਨ ਦੀ ਗੱਲ ਕੀਤੀ ਹੈ, ਕਿੰਨੇ ਰੁਪਏ ਇਹ ਹਿਸਾਬ ਦੇ ਨਾਲ ਕਿਰਾਏ ਤੇ ਕੋਈ ਕਿਸਾਨ ਲੈਂਦਾ ਤੇ ਕਿੰਨੇ ਰੁਪਏ ਦੇ ਹਿਸਾਬ ਦੇ ਨਾਲ ਉਹ ਪੈਸੇ ਕਮਾ ਸਕਦਾ? ਇਹ ਤਕਰੀਬਨ 400 ਰੁਪਈਆ ਇਹਦੇ 'ਚ ਪੈਂਦਾ ਜਿਹੜਾ ਖਰਚਾ ਇਹਨੂੰ ਚਲਾਉਣ ਲਈ ਕਿੱਲੇ ਦਾ। 1 ਏਕੜ ਦਾ 1 ਏਕੜ ਦਾ 400 ਰੁਪਈਆ ਪੈਂਦਾ ਤੇ ਜੇ 100 ਰੁਪਈਆ ਮਾਰਜਨ ਰੱਖ ਕੇ ਉਹ ਚਲਾਉਂਦਾ ਰਹੇ 500 ਰੁਪਏ ਚਾਰਜ ਕਰ ਸਕਦਾ ਕਿਰਾਏ ਤੇ ਜੇ ਚਲਾਉਣਾ ਉਹਨੇ। ਸੋ ਕਿਸਾਨਾਂ ਵਾਸਤੇ ਕਾਫੀ ਲਾਹੇਵੰਦ ਹੈ ਇਹ ਡਰੋਨ, ਔਰ ਅਸੀਂ ਉਹਨਾਂ ਨੂੰ ਉਡਾ ਕੇ ਵੀ ਦਿਖਾਣਗੇ। ਤੁਸੀਂ ਦੇਖੋ ਹੁਣ ਉਹ ਜਿਹੜਾ ਥਰਸਟ ਪੈ ਰਿਹਾ ਉਹਦੇ ਰੋਟਰਸ ਦਾ ਥੱਲੇ ਫਸਲ ਤੇ ਜੇ ਕੈਮਰਾ ਮਾਰੋਗੇ ਨਾ ਤਾਂ ਤੁਹਾਨੂੰ ਨਜ਼ਰ ਆਏਗਾ ਵੀ ਉਹ ਪੂਰੀ ਫਸਲ ਨੂੰ ਹਿਲਾ ਰਿਹਾ ਤੇ ਉੱਪਰੋਂ ਸਪਰੇਅ ਜਿਹੜੀ ਆ ਉਹ ਅੰਦਰ ਤੱਕ ਜਾ ਰਹੀ ਆ ਉਹਦੀ ਸਪਰੇਅ। ਜੇ ਕੋਈ ਵੱਡੀ ਫਸਲ, ਇਹ ਤਾਂ ਚਲੋ ਮੂੰਗੀ ਆ ਨਾ, ਜੇ ਕਾਟਨ ਵਗੈਰਾ ਜਾਂ ਹੋਰ ਜਿਹੜੀ ਗੰਨਾ ਹੈ ਉੱਚੀ ਫਸਲ ਆ ਜਿਹੜੀ, ਉਹਨੂੰ ਪੂਰਾ ਥਰਸਟ ਨਾਲ ਜਦੋਂ ਉਹਨੇ ਫਸਲ ਨੂੰ ਹਿਲਾ ਦੇਣਾ ਤੇ ਸਪਰੇਅ ਉਹਦੇ ਅੰਦਰ ਤੱਕ ਜਾਣੀ ਆ। ਇਹ ਪੂਰੀ ਤਰ੍ਹਾਂ ਦਵਾਈ ਛਿੜਕ ਰਿਹਾ ਇਹ ਡਰੋਨ ਤੇ ਇਹ ਤੁਸੀਂ ਕੈਮਰਾ ਦੇਖ ਰਹੇ ਹੋ, ਰਿਮੋਟ ਦੇ ਉੱਤੇ ਕੈਮਰਾ ਵੀ ਦਿਖਾਈ ਦੇ ਰਿਹਾ ਔਰ ਤਕਰੀਬਨ 25 ਕਿਲੋਮੀਟਰ ਤੱਕ ਹੈ 25 किलोमीटर की स्पीड से उड़ सकता है। 25 ਕਿਲੋਮੀਟਰ ਦੀ ਸਪੀਡ ਤੇ ਪਰ ਹਾਵਰ ਸੇ ਉੱਡ ਸਕਦਾ। ਸੋ ਅਸੀਂ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਹੋਰ ਵੀ ਜੁੜੀਆਂ ਖੋਜਾਂ ਇਹਦੇ 'ਚ ਮੈਂ ਇੱਕ ਤੁਹਾਨੂੰ ਹੋਰ ਵੀ ਫੀਡਬੈਕ ਸਾਡੇ ਨਾਲ ਅਸੀਂ ਪਿੱਛੇ ਜੇ ਜਦੋਂ ਇਹਦਾ ਸੀਜ਼ਨ ਨਿਕਲਿਆ ਆਪਣੇ ਕਣਕ ਵਾਲਾ, ਉਹਦੇ 'ਚ ਲਾਸਟ ਸਟੇਜ ਤੇ ਫੰਗੀਸਾਈਡ ਦੀ ਸਪਰੇਅ ਕਈ ਪਿੰਡਾਂ 'ਚ ਜਿਹੜੀ ਆ ਇੱਕ ਕੰਪਨੀ ਨੇ ਕਰਵਾਈ। ਉਹਦੇ 'ਚ ਇੱਕ ਫਾਰਮਰ ਆਪਣੇ ਨਾਲ ਨੇ, ਉਹਦਾ ਫੀਡਬੈਕ ਵੀ ਆਪਾਂ ਲੈ ਸਕਦੇ ਹਾਂ। ਸੋ ਮੇਰੇ ਨਾਲ ਫਾਰਮਰ ਵੀ ਹੈ, ਫੀਡਬੈਕ ਦੱਸੋ ਕੀ? ਸਰ ਇਹਦੇ ਜਿਹੜੇ ਰਿਜ਼ਲਟ ਆ ਜੀ ਉਹ ਬੈਸਟ ਆਏ ਆ। ਅਸੀਂ ਪਹਿਲਾਂ PAU ਨਾਲ ਕੰਟੈਕਟ ਕੀਤਾ ਸੀਗਾ ਵੀ ਅਸੀਂ ਪਹਿਲਾਂ ਇੱਕ ਕਿੱਲੇ ਦੇ ਵਿੱਚ ਸਪਰੇਅ ਕਰਾ ਕੇ ਦੇਖਣੀ ਸੀਗੀ ਵੀ ਜੋ ਇਹਦਾ ਰਿਜ਼ਲਟ ਆ ਬੈਸਟ ਆ ਰਿਹਾ ਤਾਂ ਅਸੀਂ ਅੱਗੇ ਤੋਂ ਜੋ ਸਾਡੇ ਜੇ 10 ਕਿੱਲੇ ਆ ਤਾਂ ਅਸੀਂ ਉਹ ਵੀ ਤਜਰਬਾ ਕਰਕੇ ਦੇਖੀਏ। ਅਸੀਂ ਫਿਲਹਾਲ ਜਿਹੜੀ ਕਣਕ ਦੀ ਕ੍ਰੌਪ ਨਿਕਲ ਕੇ ਹਟੀ ਆ, ਜੋ ਕਣਕ ਸੀਗੀ ਉਹ ਤੋਂ ਅਸੀਂ ਇਹਨਾਂ ਦੇ ਇੱਕ ਟ੍ਰਾਇਲ ਕਰਵਾਇਆ ਸੀਗਾ ਤੇ ਉਹਦਾ ਰਿਜ਼ਲਟ ਜਿਹੜਾ ਸੀਗਾ ਉਹ ਬਹੁਤ ਵਧੀਆ ਆਇਆ ਵਾ। ਹੁਣ ਅਸੀਂ ਉਹ ਡਰੋਨ ਦਿਖਾਉਣ ਜਾ ਰਹੇ ਹਾਂ ਜਿਹੜਾ ਫਸਲਾਂ ਦੇ ਅੰਦਰ ਜਾ ਕੇ ਖਾਦ ਦਾ ਜਿਹੜਾ ਉਹ ਛਿੜਕਾਅ ਕਰੇਗਾ। ਕਿੰਨੀ ਖਾਦ ਚਾਹੀਦੀ ਹੈ, ਕਿਸ ਹਿਸਾਬ ਦੇ ਨਾਲ ਚਾਹੀਦੀ ਹੈ, ਇਹ ਉਹ ਡਰੋਨ ਹੈ। ਪਹਿਲਾ ਡਰੋਨ ਜਿਹੜਾ ਸੀ ਉਹ ਦਵਾਈ ਛਿੜਕਾਅ ਕਰਦੇ ਅਸੀਂ ਤਸਵੀਰਾਂ ਦਿਖਾਈਆਂ, ਉਹ ਹੁਣੇ ਦੂਸਰਾ ਡਰੋਨ ਜਿਹੜਾ ਇਹਦੇ ਵਿੱਚ ਖਾਦ ਪਾਈ ਹੈ ਔਰ ਖਾਦ ਕਿੰਨੀ ਕੁ ਦੇਗਾ ਖੇਤਾਂ ਦੇ ਵਿੱਚ ਜਾ ਕੇ। ਸੋ ਜਿੱਦਾਂ ਤੁਸੀਂ ਦੇਖ ਰਹੇ ਆ ਵੀ ਪਹਿਲਾ ਜਿਹੜਾ ਡਰੋਨ ਸੀ ਉਹ ਸਪਰੇਅ ਵਾਲਾ ਸੀ, ਦੂਸਰਾ ਜਿਹੜਾ ਇਹ ਹੁਣ ਤੁਸੀਂ ਦੇਖ ਰਹੇ ਆ ਇਹ ਹੈਗਾ ਖਾਦ ਖਿਲਾਰਨ ਵਾਲਾ। ਇਹਦੇ 'ਚ ਜਿਹੜਾ ਹੈ ਸਿਸਟਮ ਖਾਦ ਖਿਲਾਰਨ ਵਾਲਾ ਤੁਸੀਂ ਦੇਖੋਗੇ ਵੀ ਥੱਲੇ ਉਹ ਡਿਸਕ ਲੱਗੀ ਹੋਈ ਆ ਤੇ ਜਿਹੜਾ ਟੈਂਕ ਹੈ ਜਿਹਦੇ 'ਚ ਆਪਾਂ ਖਾਦ ਪਾ ਦੇਣੀ ਆ। ਖਾਦ ਗ੍ਰੈਨੂਲਰ ਜਿਹੜੀ ਦਾਣੇ ਵਾਲੀ ਖਾਦ ਆ, ਮਤਲਬ ਉਹ ਦਾਣਿਆਂ ਵਾਲੀ ਖਾਦ ਜਿਹੜੀ ਆ ਉਹ ਟੈਂਕ 'ਚ ਪਾ ਦੇਣੀ ਆ। ਥੱਲੇ ਉਹਦੇ ਇੱਕ ਡਿਸਕ ਲੱਗੀ ਹੋਈ ਆ ਜਿਹੜੀ ਕਿ ਘੁੰਮਦੀ ਆ ਬੜੀ ਤੇਜ਼ੀ ਨਾਲ, ਮੋਟਰ ਨਾਲ ਉਹਨੂੰ ਘੁਮਾਇਆ ਗਿਆ। ਸੋ ਉਹਦੇ ਨਾਲ ਜਦੋਂ ਖਾਦ ਉਹਦੇ ਤਵੇ ਤੇ ਜਾਂ ਉਹ ਡਿਸਕ ਦੇ ਉੱਤੇ ਪੈਣੀ ਆ ਤਾਂ ਉਹਨੇ ਜਿਹੜਾ ਹੈ ਉਹਨੂੰ ਖਿਲਾਰ ਦੇਣਾ ਖਾਦ ਨੂੰ ਖੇਤ 'ਚ। ਅੱਛਾ, ਮੈਂ ਸਮਝਿਆ ਕਿ ਦੋਨੋਂ ਡਰੋਨ ਇੱਕੋ ਜਿਹੇ ਨੇ। ਡਰੋਨ ਸੇਮ ਹੈ, ਡਰੋਨ 'ਚ ਕੋਈ ਫਰਕ ਨਹੀਂ, ਬਸ ਸਿਸਟਮ ਤੁਸੀਂ ਚੇਂਜ ਕਰਤਾ। ਉਹਦੇ 'ਚ ਦਵਾਈ, ਹਾਂ ਉਹਦੇ ਦਵਾਈ ਵਾਲਾ ਟੈਂਕ ਆ ਤੇ ਨੋਜ਼ਲਾਂ ਨੇ ਤੇ ਉਹ ਬਾਕੀ ਪਾਈਪਾਂ ਸਾਰਾ ਉਹ ਸਿਸਟਮ ਆ। ਸਪਰੇਅ ਵਾਲਾ ਉਹੀ ਹੈ, ਮੁੱਲ ਉਹੀ ਹੈ, ਸਬਸਿਡੀ ਉਹੀ ਹੈ, ਸਭ ਕੁਝ ਸਭ ਸੇਮ ਆ। ਸਭ ਸਿਰਫ ਜਿਹੜਾ ਹੈ ਖਾਦ ਖਿਲਾਰਨ ਵਾਲਾ ਸਿਸਟਮ ਜਿਹੜਾ ਇਹਦੇ ਥੱਲੇ ਵੀ ਲਗਾਤਾ। ਹਾਂ ਇੱਕ ਹੋਰ ਜਿਹੜੀ ਗੱਲ ਮੈਂ ਜ਼ਰੂਰ ਐਡ ਕਰਾਂਗਾ, ਇਹ ਨਹੀਂ ਵੀ ਤੁਸੀਂ ਹੁਣ 2 ਡਰੋਨ ਲੈਣੇ ਆ, ਇੱਕ ਡਰੋਨ ਤੇ ਹੀ ਦੋਨੇ ਸਿਸਟਮ ਫਿੱਟ ਹੋ ਸਕਦੇ ਨੇ। ਜਿੱਦਾਂ ਤੁਸੀਂ ਦੇਖ ਰਹੇ ਆ ਇਹਦੇ 'ਚ ਵੀ ਨੋਜ਼ਲਾਂ ਲੱਗੀਆਂ ਹੋਈਆਂ ਨੇ, ਸੋ ਇੱਕ ਡਰੋਨ ਤੇ ਵੀ ਦੋਨੇ ਸਿਸਟਮ ਫਿੱਟ ਹੋ ਸਕਦੇ ਨੇ। ਅਸੀਂ ਤਾਂ ਕਿਉਂਕਿ ਰਿਸਰਚ ਕਰ ਰਹੇ ਆ, R&D ਕਰਦੇ ਆ, ਤਾਂ ਅਸੀਂ ਥੋੜ੍ਹਾ ਜਿਹਾ ਇਹਨੂੰ ਅਲੱਗ ਰੱਖਿਆ। ਅਦਰਵਾਈਜ਼ ਜੇ ਫਾਰਮਰ ਨੇ, ਜ਼ਿਮੀਂਦਾਰਾਂ ਨੇ ਵਰਤਣਾ ਹੈ ਤਾਂ ਇੱਕ ਡਰੋਨ ਤੇ ਦੋਨੇ ਸਿਸਟਮ ਵੀ ਲੱਗ ਸਕਦੇ ਨੇ। ਡਾਕਟਰ ਮਨਜੀਤ, ਕਿਸਾਨਾਂ ਨੂੰ ਕੀ ਮੈਸੇਜ ਦੇਵੋਗੇ? ਸੋ ਮੈਸੇਜ ਤੇ ਇਹੀ ਆ ਵੀ ਇਹਦੇ 'ਚ ਜਿਹੜਾ ਹੈ ਇਹ ਤਕਨੀਕ ਜਾਂ ਇਹ ਟੈਕਨੋਲੋਜੀਜ਼ ਨਵੀਆਂ ਨੇ, ਹੌਲੀ ਹੌਲੀ ਇਹਨਾਂ ਦੀ ਸਟੈਂਡਰਡਾਈਜੇਸ਼ਨ ਹੋ ਰਹੀ ਆ। ਸੋ ਇਹਨਾਂ ਨੂੰ ਇਸਤੇਮਾਲ ਕਰਨ ਜਿੱਥੇ ਜਿੱਥੇ ਮਤਲਬ ਸੰਭਾਵਨਾ ਜਾਂ ਜਿੱਥੇ ਜਿੱਥੇ ਮਿਲਦੇ ਨੇ। ਕਿਰਾਏ 'ਤੇ ਹਾਂ ਇਹ ਜ਼ਰੂਰ ਮੈਂ ਕਹਿਣਾ ਚਾਹੂੰਗਾ ਵੀ ਖਰੀਦਣ ਦੀ ਲੋੜ ਨਹੀਂ, ਜ਼ਿਮੀਂਦਾਰਾਂ ਨੂੰ ਕਿਰਾਏ 'ਤੇ ਚੱਲਣੇ ਨੇ। ਸੋ ਹਜੇ ਤੁਸੀਂ ਕਿਰਾਏ ਵਾਲੀਆਂ ਕੰਪਨੀਆਂ ਜਿਹੜੀਆਂ ਹੌਲੀ ਹੌਲੀ ਆ ਰਹੀਆਂ ਨੇ, ਸਟਾਰਟਅਪ ਇਹਦੇ ਆ ਰਹੇ ਨੇ, ਸੋ ਉਹਨਾਂ ਤੋਂ ਤੁਸੀਂ ਟਰਾਇਲ ਲਵਾਓ, ਪਹਿਲਾਂ ਆਪਣੀ ਤਸੱਲੀ ਕਰੋ ਪੂਰੀ, ਫਿਰ ਉਸ ਤੋਂ ਬਾਅਦ ਜਿਹੜਾ ਹੈ ਜਿਵੇਂ ਤੁਹਾਡਾ ਮਨ ਬਣਦਾ ਹੈ ਵੀ ਸਪਰੇਅ ਕਰਾਉਣੀ ਆ ਜਾਂ ਖਾਦ ਛਿੜਕਣੀ ਆ, ਕਿਹੜੀ ਫਸਲ ਕਿਹੜੀ ਫਸਲ ਤੁਸੀਂ ਬੀਜਦੇ ਆ, ਇਹ ਸਪੈਸ਼ਲੀ ਗੰਨੇ ਦੀ ਫਸਲ, ਨਰਮੇ ਦੀ ਫਸਲ ਜਾਂ ਜਿਹੜੇ ਬਾਗ ਨੇ, ਬਾਗਾਂ ਦੀਆਂ ਫਸਲਾਂ, ਬਾਗਾਂ ਵਾਸਤੇ ਜਿਹੜਾ ਹੈ ਬੜਾ ਵਧੀਆ ਇਹ ਜਿਹੜਾ ਹੈ ਇਹ ਤਕਨੀਕ ਸਪਰੇਅ ਕਰਨ ਲਈ ਤੇ ਖਾਦ ਖਿਲਾਰਨ ਲਈ ਵਰਤੀ ਜਾ ਸਕਦੀ ਹੈ। ਸੋ ਅਗਰ ਕਿਸਾਨ ਇਹਨਾਂ ਤਸਵੀਰਾਂ ਨੂੰ ਦੇਖ ਰਹੇ ਨੇ ਤਾਂ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆ ਕੇ ਡਾਕਟਰ ਮਨਜੀਤ ਨੂੰ ਮਿਲ ਸਕਦੇ ਨੇ।
ਜਿਹੜੇ ਪ੍ਰਧਾਨ ਵਿਗਿਆਨਿਕ ਵੀ ਨੇ। ਮੈਂ ਦੁਬਾਰਾ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿਸੇ ਹੋਰ ਖਬਰ, ਕਿਸੇ ਹੋਰ ਖੋਜ ਦੇ ਨਾਲ ਜੁੜਾਂਗਾ। ਮੇਰੇ ਕੈਮਰਾਮੈਨ ਗੁਰਦੇਵ ਅਤੇ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਇਸ ਉੜਦੇ ਡਰੋਨ ਦੇ ਨਾਲ।